हाँ जी बच्चे, अज आपां जिहड़ा हैगा अपना कैमिस्ट्री +2 क्लास का जिहड़ा हैगा यूनिट शुरू करना हैगा। फस्ट यूनिट अपने सिलेबस दे विच नहीं हैगा, आपां सैकेंड यूनिट तो स्टार्ट करनी है जिहड़ी अपनी कैमिस्ट्री की बुक है। तो सैकेंड यूनिट तुहाडा जिहड़ा हैगा वो सल्यूशनस है। सल्यूशनस दे विच तुहाडे जिहड़े हैगे ने सब तो पहला जिहड़ा टॉपिक है वो हैगा गा अपने कोले सल्यूशन के बारे जानकारी। सल्यूशन हुंदा की चीज़ है, कोई भी जिहड़ा लिक्विड फॉर्म दे विच दो सबसटांसिस हुंदे ने उन्हां दा जे आपां होमोजीनियस मिक्सचर बना लीए। होमोजीनियस मिक्सचर का मतलब हुंदा हैगा जिहदे विच आपां नूं जिहड़ियां हैगियां उहदियां क्वांटिटीज़ है वो अलग अलग नज़र ना आउण। जिवें आपां पानी लै लीए, ਉਹਦੇ ਵਿੱਚ ਆਪਾਂ ਸੌਲਟ ਜਿਹੜਾ ਹੈਗਾ ਵਾਟਰ ਦੇ ਵਿੱਚ ਸੌਲਟ ਐਡ ਕਰ ਦਈਏ ਅਤੇ ਉਹਨੂੰ ਮਿਕਸ ਕਰ ਲਈਏ ਤਾਂ ਉਹ ਇੱਕ ਹੋਮੋਜੀਨੀਅਸ ਮਿਕਸਚਰ ਬਣ ਜਾਂਦਾ। ਵਾਟਰ ਅਤੇ ਸੌਲਟ ਆਪਾਂ ਨੂੰ ਉਸ ਤੋਂ ਬਾਅਦ ਅਲੱਗ-ਅਲੱਗ ਆਪਾਂ ਉਹਨਾਂ ਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਫਿਜ਼ੀਕਲ ਪ੍ਰੋਪਰਟੀ ਦੇ ਬੇਸਿਸ 'ਤੇ, ਤਾਂ ਉਹ ਇੱਕ ਸੋਲਿਊਸ਼ਨ ਹੋਊਗਾ। ਠੀਕ ਹੈ, ਅਤੇ ਸਭ ਤੋਂ ਪਹਿਲਾਂ ਸੋਲਿਊਸ਼ਨ ਦੀ ਡੈਫੀਨੇਸ਼ਨ ਆ ਜਾਂਦੀ ਹੈ, ਦ ਸੋਲਿਊਸ਼ਨ ਇਜ਼ ਆ ਹੋਮੋਜੀਨੀਅਸ ਮਿਕਸਚਰ ਆਫ 2 or more substances मेकिंग अप सॉल्यूशंस आर कॉल्ड कंपोनेंट्स ऑफ सॉल्यूशन। ਜਿਹੜੇ ਸੋਲਿਊਸ਼ਨ ਦੇ ਆਪਣੇ ਜਿਹੜੇ ਹੈਗੇ ਨੇ ਕੰਪੋਨੈਂਟਸ ਹੁੰਦੇ ਨੇ ਉਹਨਾਂ ਨੂੰ ਆਪਾਂ ਜਿਹੜੇ ਕੰਪੋਨੈਂਟਸ ਦੋ ਤਰ੍ਹਾਂ ਦੇ ਹੁੰਦੇ ਨੇ। ਜਿਹੜਾ ਤਾਂ ਲਾਰਜ ਕੰਪੋਨੈਂਟ ਹੋਊਗਾ, ਲਾਰਜ ਕੁਆਂਟੀਟੀ ਦੇ ਵਿੱਚ ਹੁੰਦਾ ਹੈਗਾ, ਉਹਨੂੰ ਆਪਾਂ ਬੋਲਦੇ ਹਾਂ ਸੋਲਵੈਂਟ। ਠੀਕ ਹੈ, ਜਿਹੜਾ ਹੁੰਦਾ ਸਮੌਲ ਕੁਆਂਟੀਟੀ ਦੇ ਵਿੱਚ ਉਹਨੂੰ ਆਪਾਂ ਬੋਲਦੇ ਹਾਂ ਸੋਲਿਊਟ। ਤਾਂ ਸੋਲਿਊਸ਼ਨ ਕੀ ਹੋ ਗਿਆ, ਸੋਲਿਊਸ਼ਨ इज़ इक्वल टू सॉल्वेंट प्लस सल्यूट। सॉल्वेंट जिहड़ा लार्ज क्वांटिटी दे विच है, सल्यूट जिहड़ा स्मॉल क्वांटिटी दे विच है। ठीक है जी, हुण जे आपां वाटर ते सॉल्ट दी एग्जाम्पल लई सी तां उहदे विच जिहड़ा वाटर है वो सॉल्वेंट है ते सल्यूट उहदे विच की हो गया अपने कोले सॉल्ट। ठीक है जी, तां ये हो गया अपने कोले सब तो पहली इहदी डेफिनेशन सल्यूशन दी, सॉल्वेंट ते सल्यूट दी। उस तो बाद अपने कोले मेन जिहड़े हैगे आ सल्यूशन दियां टर्म्स, सब तो उस तो बाद अपने कोले टाइप्स ऑफ सल्यूशनस आ जांदियां ने भी सल्यूशन दियां टाइप्स किहड़ियां ने। टाइप्स सल्यूशन दियां डिपेंड करदियां ने भी आपां जिहड़े कंपोनेंट्स लए ने सॉल्वेंट ते सल्यूट लिया हैगा ओह किहड़ी फॉर्म दे विच है। जे तां दोनों जिहड़े हैगे ने सेम फॉर्म दे विच ने, जिवें उन्हां नूं आपां गैशियस सल्यूशन बोल दिंदे आ। जे अपना सॉल्वेंट गैस है, ठीक है, गैस दे विच गैस भी ਜਿਹੜੀ ਹੈਗੀ ਹੈ ਮਿਕਸ ਕੀਤੀ ਜਾ ਸਕਦੀ ਹੈ, ਗੈਸ ਦੇ ਵਿੱਚ ਸੋਲਿਡ ਵੀ ਮਿਕਸ ਕੀਤਾ ਜਾ ਸਕਦਾ ਹੈ, ਗੈਸ ਦੇ ਵਿੱਚ ਲਿਕੁਇਡ ਵੀ ਮਿਕਸ ਕੀਤਾ ਜਾ ਸਕਦਾ ਹੈ। ਸੋਲਵੈਂਟ ਗੈਸ ਹੈ ਬਟ ਸਲਿਊਟ ਤੁਸੀਂ ਕੋਈ ਵੀ ਲੈ ਸਕਦੇ ਹੋ, ਤਾਂ ਉਹ ਆਪਣਾ ਗੈਸ਼ੀਅਸ ਸੋਲਿਊਸ਼ਨ ਹੋਊਗਾ। ਠੀਕ ਹੈ, ਤਾਂ ਗੈਸ ਤੇ ਗੈਸ ਵਾਲੀ ਐਗਜ਼ਾਮਪਲ ਹੋ ਗਈ, ਜਿਵੇਂ ਕਿਸੇ ਵੀ ਦੋ ਗੈਸਸ ਦਾ ਮਿਕਸਚਰ ਹੋ ਗਿਆ, ਨਾਈਟ੍ਰੋਜਨ ਤੇ ਆਕਸੀਜਨ ਦਾ ਮਿਕਸਚਰ ਹੋ ਗਿਆ ਜਾਂ 에ਅਰ ਹੋ ਗਈ, ਤਾਂ ਇਹ ਗੈਸ਼ੀਅਸ ਮਿਕਸਚਰ ਹੈ। ਗੈਸ ਤੇ ਲਿਕੁਇਡ ਦਾ ਮਿਕਸਚਰ, क्लोरोफॉर्म गैस ले लीए आपां, ਉਹਦੇ ਵਿੱਚ वाटर वेपर ਜਿਹੜੇ ਹੈਗੇ ਐਡ ਕਰ ਦਈਏ, 에ਅਰ ਦੇ ਵਿੱਚ वाटर वेपर ਹੁੰਦੇ ਨੇ, ਤਾਂ ਉਹ ਆਪਣੇ ਕੋਲੇ ਕੀ ਆ ਗਿਆ, ਗੈਸ਼ੀਅਸ ਸੋਲਿਊਸ਼ਨ ਆ ਗਿਆ, ਗੈਸ ਇਨ ਲਿਕੁਇਡ ਇਨ ਗੈਸ। ਫਿਰ ਆਪਣੇ ਕੋਲੇ ਅਗਲਾ ਆ ਗਿਆ ਗੈਸ ਦੇ ਵਿੱਚ ਸੋਲਿਡ ਜੇ ਆਪਾਂ ਮਿਕਸ ਕਰਨਾ ਹੈਗਾ, ਡਸਟ ਜਾਂ ਸਮੋਕ ਪਾਰਟੀਕਲਸ ਹੋ ਗਏ ਗੈਸ ਦੇ ਵਿੱਚ ਜੇ ਆਪਾਂ ਉਹਨਾਂ ਨੂੰ ਮਿਕਸ ਕਰ ਦਿੰਦੇ ਆ ਤਾਂ ਡਸਟ ਪਾਰਟੀਕਲ ਸੋਲਿਡ ਹੁੰਦੇ ਨੇ। ਠੀਕ ਹੈ, ਤਾਂ ਉਹ ਵੀ ਗੈਸ਼ੀਅਸ ਮਿਕਸਚਰ ਹੋ ਗਿਆ। ਤਾਂ ਸਭ ਤੋਂ ਪਹਿਲਾਂ ਗੈਸ਼ੀਅਸ ਸੋਲਿਊਸ਼ਨਸ ਹੋ ਗਏ ਆਪਣੇ। ਦੂਸਰੇ ਆਪਣੇ ਕੋਲੇ ਆ ਗਏ ਲਿਕੁਇਡ ਸੋਲਿਊਸ਼ਨਸ। ਲਿਕੁਇਡ ਸੋਲਿਊਸ਼ਨਸ ਕਿਹੜੇ ਹੋਣਗੇ, ਜਿਨ੍ਹਾਂ ਦੇ ਵਿੱਚ ਸੋਲਵੈਂਟ ਵੱਧ ਕੁਆਂਟੀਟੀ ਵਾਲਾ ਜਿਹੜਾ ਹੈਗਾ ਉਹ ਲਿਕੁਇਡ ਹੋਵੇ। ਠੀਕ ਹੈ, ਸੋਲਵੈਂਟ ਲਿਕੁਇਡ ਹੋਵੇ ਅਤੇ ਸਲਿਊਟ ਕੋਈ ਵੀ ਹੋ ਸਕਦਾ, ਲਿਕੁਇਡ ਵੀ ਹੋ ਸਕਦਾ, ਸੋਲਿਡ ਵੀ ਹੋ ਸਕਦਾ, ਗੈਸ ਵੀ ਹੋ ਸਕਦਾ। ਤਾਂ ਪਹਿਲਾਂ ਆਪਣੇ ਕੋਲੇ ਜਿਵੇਂ ਗੈਸ ਅਤੇ ਲਿਕੁਇਡ ਦੀ ਜੇ ਆਪਾਂ ਐਗਜ਼ਾਮਪਲ ਲਈਏ ਤਾਂ ਆਕਸੀਜਨ ਵਾਟਰ ਦੇ ਵਿੱਚ ਜੇ ਆਪਾਂ ਡਿਜ਼ੋਲਵ ਕਰ ਲਈਏ, ਜਿਵੇਂ ਸੀ ਵਾਟਰ ਦੇ ਵਿੱਚ ਆਕਸੀਜਨ ਡਿਜ਼ੋਲਵ ਹੁੰਦੀ ਹੈ, ਤਾਂ ਉਹ ਆਪਣੇ ਕੋਲ ਲਿਕੁਇਡ ਸੋਲਿਊਸ਼ਨ ਹੋ ਗਿਆ। ਦੂਸਰਾ ਲਿਕੁਇਡ ਦੇ ਵਿੱਚ ਲਿਕੁਇਡ, ਵਾਟਰ ਦੇ ਵਿੱਚ ਕੋਈ ਵੀ ਤੁਸੀਂ ਇਥੇਨੋਲ ਜਾਂ ਮਿਥੇਨੋਲ ਐਡ ਕਰ ਦਿਓ ਤਾਂ ਲਿਕੁਇਡ ਸੋਲਿਊਸ਼ਨ ਹੋ ਗਿਆ ਉਹ। ਸੋਲਿਡ ਲਿਕੁਇਡ ਸੋਲਿਊਸ਼ਨ, ਸੌਲਟ ਨੂੰ ਐਡ ਕਰ ਦਿਓ ਤੁਸੀਂ ਵਾਟਰ ਦੇ ਵਿੱਚ। ਠੀਕ ਹੈ, ਤਾਂ ਸੋਲਿਡ ਲਿਕੁਇਡ ਦਾ ਆਪਸ ਦੇ ਵਿੱਚ ਉਹ ਲਿਕੁਇਡ ਸੋਲਿਊਸ਼ਨ ਬਣ ਗਿਆ। ਫਿਰ ਥਰਡ ਆਪਣੇ ਕੋਲ ਆ ਜਾਂਦੀਆਂ ਨੇ ਸੋਲਿਡ ਸੋਲਿਊਸ਼ਨ। ਸੋਲਿਡ ਸੋਲਿਊਸ਼ਨਸ ਦੇ ਵਿੱਚ ਕੀ ਹੋਊਗਾ, ਹੁਣ ਜਿਹੜਾ ਤੁਹਾਡਾ ਸੋਲਵੈਂਟ ਹੈ ਉਹ ਸੋਲਿਡ ਹੋਊਗਾ। ਠੀਕ ਹੈ, ਸੋਲਿਡ ਸੋਲਵੈਂਟ ਦੇ ਵਿੱਚ ਤੁਸੀਂ ਗੈਸ ਵੀ ਮਿਕਸ ਕਰ ਸਕਦੇ ਹੋ, ਲਿਕੁਇਡ ਵੀ ਮਿਕਸ ਕਰ ਸਕਦੇ ਹੋ ਅਤੇ ਸੋਲਿਡ ਵੀ ਮਿਕਸ ਕਰ ਸਕਦੇ ਹੋ। ਗੈਸ ਅਤੇ ਸੋਲਿਡ ਦੀ ਐਗਜ਼ਾਮਪਲ ਜੇ ਆਪਾਂ ਲੈਣੀ ਹੋਵੇ ਤਾਂ ਆਪਣੇ ਕੋਲੇ ਕੀ ਆ ਜਾਊਗਾ, ਹਾਈਡਰੋਜਨ ਦਾ ਅਤੇ ਪੈਲੇਡੀਅਮ। ਪੈਲੇਡੀਅਮ ਹੁੰਦਾ ਹੈਗਾ ਆਪਣੇ ਕੋਲੇ ਕਿਸੇ ਵੀ ਕੋਈ ਵੀ ਐਕਟਿਵ ਮੈਟਲ ਉਹਦੇ ਸਰਫੇਸ ਦੇ ਉੱਤੇ ਜੇ ਆਪਾਂ ਗੈਸ ਨੂੰ ਐਬਜ਼ੋਰਬ ਕਰਵਾ ਦਈਏ ਤਾਂ ਉਹ ਸੋਲਿਡ ਸੋਲਿਊਸ਼ਨ ਬਣ ਜਾਂਦਾ ਹੈ। ਇਸੇ ਤਰ੍ਹਾਂ ਸੋਲਿਡ ਦੇ ਵਿੱਚ ਲਿਕੁਇਡ, ਮਰਕਰੀ ਜਿਹੜੀ ਹੈਗੀ ਆ ਸੋਡੀਅਮ ਦੇ ਨਾਲ ਜੇ ਆਪਾਂ ਮਿਕਸ ਕਰ ਦਈਏ ਤਾਂ ਅਮਲਗਮ ਬਣ ਜਾਂਦੀ ਹੈ ਇੱਕ, ਤਾਂ ਉਹ ਮਰਕਰੀ ਅਤੇ ਸੋਡੀਅਮ ਦਾ ਮਿਕਸਚਰ ਹੋ ਗਿਆ।
फिर अपने को आ गया सॉलिड तो सॉलिड का कॉपर ਨੂੰ ਜੇ ਗੋਲਡ ਦੇ ਵਿੱਚ ਡਿਜ਼ੋਲਵ ਕਰਕੇ ਆਪਾਂ ਗਹਿਣੇ ਬਣਾਉਣੇ ਆ ਠੀਕ ਹੈ ornaments ਬਣਾਉਣੇ ਆ ਤਾਂ ਉਹ ਸਾਰੇ ਜਿਹੜੇ ਹੈਗੇ ਨੇ ਆਪਣੇ ਕੋਲੇ ਸੋਲਿਡ ਤੇ ਸੋਲਿਡ ਦਾ ਸੋਲੂਸ਼ਨ ਹੋ ਗਿਆ ਤਾਂ ਤਿੰਨ ਤਰ੍ਹਾਂ ਦੇ ਸੋਲੂਸ਼ਨਸ ਹੋ ਗਏ ਆਪਣੇ ਕੋਲੇ ਗੈਸੀਅਸ ਸੋਲੂਸ਼ਨ ਲਿਕੁਇਡ ਸੋਲੂਸ਼ਨ ਸੋਲਿਡ ਸੋਲੂਸ਼ਨ ਡਿਪੈਂਡ ਕਰਦਾ ਵੀ ਤੁਸੀਂ ਸੋਲਵੈਂਟ ਕਿਹੜਾ ਲਿਆ ਹੈਗਾ ਗੈਸੀਅਸ ਲਿਆ ਲਿਕੁਇਡ ਲਿਆ ਜਾਂ ਸੋਲਿਡ ਲਿਆ ਉਹਦੇ ਬੇਸਿਸ ਦੇ ਉੱਤੇ ਆਪਾਂ ਇਹਨਾਂ ਦੇ ਨਾਮ ਦੇ ਠੀਕ ਹੈ ਜੀ ਫਿਰ ਆਪਣੇ ਕੋਲੇ ਇੱਕ ਹੋਰ ਆ ਜਾਂਦੇ ਐਕੁਅਸ ਤੇ ਨਾਨ ਐਕੁਅਸ ਸੋਲੂਸ਼ਨਸ ਐਕੁਅਸ ਸੋਲੂਸ਼ਨਸ ਕਿਹੜੇ ਹੁੰਦੇ ਨੇ ਜਿਹੜੇ ਸੋਲੂਸ਼ਨ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਸੋਲਵੈਂਟ ਜਿਹੜਾ ਹੈਗਾ ਉਹ ਵਾਟਰ ਹੋਵੇ ਠੀਕ ਹੈ ਸੋਲਵੈਂਟ ਇਜ਼ ਅਦਰ ਵਾਟਰ ਹੈ ਤਾਂ ਉਹ ਐਕੁਅਸ ਸੋਲੂਸ਼ਨ ਹੈ ਜੇ ਸੋਲਵੈਂਟ ਅਦਰ ਦੈਨ ਵਾਟਰ ਹੈ ਤਾਂ ਨਾਨ ਐਕੁਅਸ ਸੋਲੂਸ਼ਨ ਹੈ ਫॉर एग्जांपल ਐਕੁਅਸ ਸੋਲੂਸ਼ਨਸ ਕਿਹੜੇ ਹੋ ਗਏ ਵਾਟਰ ਦੇ ਵਿੱਚ ਤੁਸੀਂ ਸਾਲਟ ਡਾਲਿਆ ਹੋਇਆ ਤਾਂ ਉਹ ਐਕੁਅਸ ਸੋਲੂਸ਼ਨ ਹੋ ਗਿਆ ਨਾਨ ਐਕੁਅਸ ਸੋਲੂਸ਼ਨਸ ਕਿਹੜੇ ਹੋ ਗਏ ਜਿਹਦੇ ਵਿੱਚ ਸੋਲਵੈਂਟ ਜਾਂ ਤਾਂ ਈਥਰ ਹੋਵੇ ਜਾਂ ਬੈਂਜ਼ੀਨ ਹੋਵੇ ਜਾਂ ਕਾਰਬਨ ਟੈਟਰਾਕਲੋਰਾਈਡ ਹੋਵੇ ਉਹ ਤੁਹਾਡੇ ਨਾਨ ਐਕੁਅਸ ਸੋਲੂਸ਼ਨਸ ਹੋ ਗਏ ਠੀਕ ਹੈ ਜੀ फिर नैक्सट अपना टॉपिक हैगा मैथड्स फॉर एक्सप्रैसिंग द कंसनट्रेशन ऑफ सोल्यूशन सोल्यूशनस की कंसनट्रेशन नू एक्सप्रैस करना जे हैगा तां आपां तां उहदे वास्ते जिहड़े मैथड्स ने वो आपां डिस्कस करने आ सब तो पहला तां कंसनट्रेशन की हुंदी है सोल्यूशन की डेफिनेशन इहदी दित्ती हुई है कंसनट्रेशन की होगी अपने कोले अमाउंट ऑफ सल्यूट प्रेजेंट इन गिवन क्वांटिटी ऑफ सोल्यूशन सल्यूट कितना प्रेजेंट है सोल्यूशन दे विच ਉਹਨੂੰ ਆਪਾਂ ਕਹਿੰਦੇ ਆ ਕੰਸਨਟ੍ਰੇਸ਼ਨ ਠੀਕ ਹੈ ਜੀ ਦ ਅਮਾਊਂਟ ਆਫ ਸੋਲਿਊਟ ਪ੍ਰੈਜ਼ੈਂਟ ਇਨ ਗਿਵਨ ਕੁਆਂਟੀਟੀ ਆਫ ਸੋਲਿਊਸ਼ਨ ਓਕੇ ਜੀ ਹੁਣ ਇਹ ਜਿਹੜੀ ਹੈਗੀ ਨੇ ਆਪਣੇ ਕੋਲੇ ਕੰਸਨਟ੍ਰੇਸ਼ਨ ਹੈ ਇਹ ਦੋ ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਜਿਹੜੇ ਹੈਗੇ ਐਕਸਪ੍ਰੈਸ ਕਰ ਸਕਦੇ ਹਾਂ ਪਹਿਲੀ ਆਪਣੇ ਕੋਲੇ ਹੁੰਦੀ ਹੈ ਟੈਂਪਰੇਚਰ ਡਿਪੈਂਡੈਂਟ ਦੂਸਰਾ ਹੈਗਾ ਟੈਂਪਰੇਚਰ ਇੰਡੀਪੈਂਡੈਂਟ ਟੈਂਪਰੇਚਰ ਡਿਪੈਂਡੈਂਟ ਦਾ ਮਤਲਬ ਹੈ ਵੀ ਇਹ ਵਾਲੀ ਜਿਹੜੀ ਕੰਸਨਟ੍ਰੇਸ਼ਨ ਹੈ ਜੇ ਆਪਾਂ ਟੈਂਪਰੇਚਰ ਇਨਕਰੀਜ਼ ਜਾਂ ਡਿਕਰੀਜ਼ ਕਰਾਂਗੇ ਇਹ ਸਾਰੇ ਇਹਦੇ ਨਾਲ ਇਫੈਕਟ ਹੋਣਗੇ ਦੂਸਰੇ ਹੈਗੇ ਟੈਂਪਰੇਚਰ ਇੰਡੀਪੈਂਡੈਂਟ ਇਹਨਾਂ ਦੇ ਉੱਤੇ ਟੈਂਪਰੇਚਰ ਦਾ ਕੋਈ ਫਰਕ ਨਹੀਂ ਪੈਂਦਾ ਟੈਂਪਰੇਚਰ ਨੂੰ ਭਾਵੇਂ ਇਨਕਰੀਜ਼ ਕਰ ਦਿਓ ਭਾਵੇਂ ਡਿਕਰੀਜ਼ ਕਰ ਦਿਓ ਇਹ ਸੇਮ ਰਹਿੰਦੇ ਆ ਠੀਕ ਹੈ ਤਾਂ ਪਹਿਲਾਂ ਜਿਹੜੀਆਂ ਆਪਾਂ ਟਰਮਸ ਐਕਸਪਲੇਨ ਕਰਾਂਗੇ ਦੈਟ ਵਿਲ ਬੀ ਟੈਂਪਰੇਚਰ ਡਿਪੈਂਡੈਂਟ ਓਕੇ ਜੀ ਟੈਂਪਰੇਚਰ ਡਿਪੈਂਡੈਂਟ ਟਰਮਸ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲੇ ਆ ਜਾਂਦੀ ਹੈਗੀ ਹੈ ਜਿਹੜੀ ਟਰਮ ਹੈ ਮਾਸ ਪਰਸੈਂਟੇਜ ਔਰ वॉल्यूम परसेंटेज ठीक है जी परसेंटेज वॉल्यूम या मास परसेंटेज ये अपने कोले पहली जिहड़ी हैगी अपने कोले टर्म आउंदी है सब तो पहला आपां इहदे बारे एक्सप्लेन करांगे तो अपने कोले परसेंटेज वॉल्यूम और मास वॉल्यूम परसेंटेज की हुंदी है ये तुहाडे इहदे इत्थे फार्मूला दिता होया तुसीं इहनूं देख सकदे हो पहलां तां ਇਹਦਾ ਜੇ ਆਪਾਂ ਡੈਫੀਨੇਸ਼ਨ ਦੇਣੀ ਹੋਵੇ ਤਾਂ ਡੈਫੀਨੇਸ਼ਨ ਇਹਦੀ ਕੀ ਹੋਊਗੀ ਦਾ ਮਾਸ ਪਰਸੈਂਟੇਜ ਆਫ ਅ ਕੰਪੋਨੈਂਟ ਇਨ ਗਿਵਨ ਸੋਲਿਊਸ਼ਨ ਇਜ਼ ਦਾ ਮਾਸ ਆਫ ਕੰਪੋਨੈਂਟ ਪਰ 100 ਗ੍ਰਾਮ ਆਫ ਸੋਲਿਊਸ਼ਨ ਠੀਕ ਹੈ ਕੰਪੋਨੈਂਟ ਦਾ ਮਾਸ 100 ਗ੍ਰਾਮ ਸੋਲਿਊਸ਼ਨ ਦੇ ਵਿੱਚ ਕਿੰਨਾ ਹੋਊਗਾ ਉਹਨੂੰ ਆਪਾਂ ਬੋਲਦੇ ਹਾਂ ਮਾਸ ਪਰਸੈਂਟੇਜ ਜੇ ਆਪਾਂ ਵੋਲਿਊਮ ਪਰਸੈਂਟੇਜ ਕਹਿਣਾ ਤਾਂ ਉਹਦੇ ਵਿੱਚ ਆਪਣੇ ਕੋਲੇ ਆਊਗਾ ਦਾ ਵੋਲਿਊਮ ਆਫ ਦਾ ਸੋਲਿਊਸ਼ਨ ਪਰ ਲੀਟਰ ਆਫ ਸੋਲਿਊਸ਼ਨ ठीक है जी तो अपने को सब तो पहला जी आप फॉर्मूला लिखा होया दैट इज़ ऑफ वॉल्यूम परसेंटेज तो वो मान लो आप किसी एक कंपोनेंट की वॉल्यूम कढ़नी है तो वॉल्यूम ऑफ सल्यूट लिख लिया आप ऊपर ओवर टोटल वॉल्यूम ऑफ सोल्यूशन इनटू 100 क्योंकि परसेंटेज है इसलिए 100 नाल मल्टीप्लाई करना है ठीक है जी वॉल्यूम अपॉन वॉल्यूम वॉल्यूम परसेंटेज कढ़ना तो वॉल्यूम अपॉन वॉल्यूम ओके जी उस मास परसेंटेज कढ़नी है तो मास अपॉन वॉल्यूम करना पऊगा अपन ठीक है तो वेट और मास ऑफ सल्यूट मास हमेशा ग्राम दे विच लेना वेट और मास ऑफ सल्यूट इन ग्राम ओवर वॉल्यूम इन ml ओके जी तो ये अपने को इनटू 100 क्योंकि परसेंटेज है वॉल्यूम वास्ते वॉल्यूम अपॉन वॉल्यूम इंटू 100 मास वास्ते मास अपॉन वॉल्यूम इंटू 100 दोनों के 100 लगाया होया आपां क्यों क्योंकि दोनों जड़ियाँ हैगियां परसेंटेज टर्म्स ने ओके जी तो दिस इज़ आर फर्स्ट डेफिनेशन ऑफ कंसनट्रेशन टर्म मास परसेंटेज और वॉल्यूम परसेंटेज नैक्सट अपने को हैगा जी सैकेंड या इनू तुसी थर्ड टर्म भी मान लैंदे हो दैट इज़ मोलैरिटी मोलैरिटी बहुत इंपॉर्टेंट है चंगी तरह इनू याद करना ये बेसिस दे तुहाडे नमैरिकल्स भी आउंदे ने मोलैरिटी की चीज़ हुंदी है मोलैरिटी दी जे आपां डेफिनेशन लईए तां की होऊगी द नंबर ऑफ मोल्स ऑफ सल्यूट डिजोल्वड पर लीटर ऑफ सल्यूशन सल्यूट के जोड़े मोल्स ने डिजोल्व होन पर लीटर ऑफ सल्यूशन सल्यूशन दे पर लीटर दे विच किन्ने मोल्स जोड़े हैगे ने सल्यूट दे डिजोल्व है उन्होंने आप बोलते हैं मोलैरिटी
ठीक है। तो मोलैरिटी नूं आपां कैपिटल M दे नाल डिनोट करना हैगा। फॉर्मूला इहदा की बनदा हैगा, मोल्स ऑफ सल्यूट वॉल्यूम ऑफ सल्यूशन इन लीटर इक्वल आपां पा दईए मोल्स नूं आपां N दे नाल रिप्रजेंट करदे हां, वॉल्यूम नूं आपां VL दे नाल लिखदे हां, ठीक है जी। तो अपने कोले फार्मूला की बन गया मास ऑफ, उस तो बाद हैगा मास ऑफ सल्यूट। मास ऑफ सल्यूट आपां किवें लिख सकते हैं, मास ऑफ सल्यूट आपां लिख सकते हैं मास ऑफ सल्यूट, ये मोल्स ऑफ सल्यूट किवें कढ सकते हैं, मास ऑफ सल्यूट अपॉन मोलर मास ऑफ सल्यूट W अपॉन M नॉट। इनू आपां इस फार्मूले दे विच फिल करांगे तो अपने कोले M की बन गया W अपॉन M नॉट इंटू VL, ठीक है जी। वॉल्यूम जिहड़ी आपां जे तां वॉल्यूम लीटर दे विच लैंदे आ ਤਾਂ ਆਪਣੇ ਕੋਲੇ ML ਦੇ ਵਿੱਚ ਲੈਣੇ ਆ ਤਾਂ ਸਿੰਪਲ ਆਜੂ, ਜੇ ਲੀਟਰ ਦੇ ਵਿੱਚ ਲੈਣੇ ਤਾਂ ਸਿੰਪਲ ਆਜੂ, ਜੇ ਮਿਲੀ ਲੀਟਰ ਦੇ ਵਿੱਚ ਲੈਣੇ ਹੋ ਤਾਂ 1000 ਦੇ ਨਾਲ ਆਪਾਂ ਮਲਟੀਪਲਾਈ ਕਰਨਾ ਹੈ। ਓਕੇ ਜੀ। ਤਾਂ ਆਪਣੇ ਕੋਲੇ ਆਹ ਜਿਹੜਾ ਹੈਗਾ ਮੋਲੈਰਿਟੀ ਦਾ ਫਾਰਮੂਲਾ ਬਣ ਗਿਆ M ਇਜ਼ ਇਕੁਅਲ ਟੂ W ਇੰਟੂ 1000 ਅਪੋਨ M ਨੋਟ ਇੰਟੂ V ਮਿਲੀ ਲੀਟਰ ਦੇ ਵਿੱਚ। ਹੁਣ ਇਹਦੇ ਵਿੱਚ ਸਾਰੀਆਂ ਟਰਮਸ ਜੇ ਆਪਾਂ ਐਕਸਪਲੇਨ ਕਰਨੀਆਂ ਹੁਣ ਤਾਂ ਕੀ ਹੋਣਗੀਆਂ, M ਆਪਣੇ ਕੋਲੇ ਕੀ ਹੋ ਗਈ ਮੋਲੈਰਿਟੀ ਕੈਪੀਟਲ M, W ਆਪਣੇ ਕੋਲੇ ਕੀ ਹੋ ਗਿਆ मास ऑफ सल्यूट इंटू 1000 फार्मूले का हैगा, M नॉट की हो गया अपने कोले मोलर मास ऑफ सल्यूट, VML की होगी वॉल्यूम इन मिलीलीटर। ओके जी। तो ये होगी अपने कोले थर्ड टर्म मोलैरिटी, कंसनट्रेशन नू एक्सप्रैस करन दी थर्ड टर्म अपने कोले की होगी मोलैरिटी। दैन वी हैव फोर्थ टर्म दैट इज़ नॉर्मैलिटी। नॉर्मैलिटी की चीज़ हुंदी है नंबर ऑफ ग्राम इक्विवेलेंट्स ऑफ सल्यूट डिजोल्वड पर लीटर ऑफ सल्यूशन। ग्राम इक्विवेलेंट की दे सल्यूट दे की दे विच सल्यूशन दे विच, ठीक है जी। पर लीटर ऑफ सल्यूशन दे विच किन्ने ग्राम इक्विवेलेंट जिहड़े हैगे ने ओह डिजोल्वड ने। ओके। इहदा फार्मूला अपने कोले की होऊगा N दे नाल आपां नूं डिनोट करना हैगा, तो फार्मूला अपने कोले की बनूगा नंबर ऑफ इक्विवेलेंट्स ऑफ सल्यूट अपॉन पर लीटर वॉल्यूम ऑफ सल्यूशन, इक्विवेलेंट्स अपॉन वॉल्यूम इंटू लीटर, ठीक है जी। तो ये आपां मास ऑफ सल्यूट लै सकते हैं, वेट या मास ऑफ सल्यूट हो गया, इक्विवेलेंट मास ऑफ सल्यूट हो गया W इंटू EM। तो फार्मूला अपने कोले की बनता है जी मोलर मास अपॉन N फैक्टर। हुण N फैक्टर कड्ढण दा फार्मूला की है जिहड़ा आपां इत्थे कहा हैगा, तुहानूं भी आपां N फैक्टर कैलकुलेट कर सकते हैं। N फैक्टर्स ਜਿਹੜਾ ਹੈਗਾ ਉਹ ਹਰੇਕ ਦੇ ਲਈ ਅਲੱਗ-ਅਲੱਗ ਹੈ। ਇਹ ਤੁਹਾਡਾ ਆਹ ਜਿਹੜਾ ਪੋਰਸ਼ਨ ਦਿੱਤਾ ਹੋਇਆ ਹੈਗਾ ਇਹ ਸਿਰਫ N ਫੈਕਟਰ ਕੈਲਕੂਲੇਟ ਕਰਨ ਦੇ ਲਈ ਹੈ ਵੀ N ਫੈਕਟਰ ਕਿਸੇ ਦਾ ਆਪਾਂ ਕਿਵੇਂ ਕੈਲਕੂਲੇਟ ਕਰਨਾ। ਤਾਂ ਉਹਦੇ ਵਾਸਤੇ ਕੀ ਹੈ, ਜੇ ਆਪਾਂ ਐਸਿਡ ਲੈ ਰਹੇ ਹਾਂ, ਐਸਿਡ ਦੇ ਵਿੱਚ ਕਿੰਨੇ H ਪੋਜ਼ੀਟਿਵ ਆਇਨਸ ਨੇ, ਜੇ ਮੰਨ ਲਓ ਜਿੰਨੇ ਵੀ H ਪੋਜ਼ੀਟਿਵ ਆਇਨਸ ਉਹਦਾ N ਉਨੇ ਬਰਾਬਰ ਹੋਊਗਾ। ਜੇ ਇੱਕ H ਪੋਜ਼ੀਟਿਵ ਆਇਨਸ ਮਿਲ ਰਹੇ ਆ ਤਾਂ N ਇਜ਼ ਇਕੁਅਲ ਟੂ 1, ਜੇ 2 ਮਿਲ ਰਹੇ ਆ ਤਾਂ N ਇਜ਼ ਇਕੁਅਲ ਟੂ 2। ਬੇਸ ਵਾਸਤੇ ਕੀ ਹੋਊਗਾ OH जिन्ने मिल रहे हैं, ठीक है जी। साल्ट दे जे कोई साल्ट है तो वो वास्ते टोटल नैगेटिव या पॉजिटिव चार्जिस किन्ने ने, जिमें आप Na2CO3 का लै लीए, 2 Na पॉजिटिव बनते हैं तो CO3 2 नैगेटिव बनते हैं। टोटल किन्ने हो गए 2 आह हो गए, ये भी किन्ने हो गए अपने कोले 2 हो गए, तो किन्ने हो गए अपने कोले टोटल 4 हो गए ये, ठीक है जी। NaCl वास्ते Na पॉजिटिव Cl नैगेटिव तो एक एक बन रहा है ये। ओके जी। ऑक्सीडाइजिंग एजेंट्स के वास्ते ਉਹਦੀ ऑक्सीडेशन स्टेट किन्नी है, रिड्यूसिंग एजेंट वास्ते ਉਹਦੀ रिडक्शन स्टेट किन्नी है, ਉਹਦੇ बेसिस ਤੇ ਆਪਾਂ कैलकुलेट कर सकते हैं। ओके। नैक्सट अपने कोल टर्म हैगी आ पार्ट्स पर मिलियन। जिमें आप परसेंटेज कड्ढी सीगी उवें पार्ट्स पर मिलियन है। ये बस फर्क की है, वो आप 100 नाल मल्टीप्लाई किया सी, ये 10⁻6 के नाल मल्टीप्लाई करना, ठीक है जी। मास ऑफ सल्यूट वॉल्यूम ऑफ सल्यूशन, वॉल्यूम ऑफ सल्यूट वॉल्यूम ऑफ सल्यूशन, फर्क सिर्फ की है ये आप 10⁻6 ते 10⁻6 के नाल मल्टीप्लाई करना, अदरवाइज फार्मूला सेम है एज परसेंटेज वॉल्यूम ते मास वॉल्यूम, उहदे तरह ही पार्ट्स पर मिलियन मास परसेंटेज हो जू मास पर मिलियन हो गया तो वॉल्यूम पर मिलियन हो गया तुहाडा, ठीक है जी। लास्ट ये अपने को टैंपरेचर डिपेंडेंट टर्म के आ जाती है फॉर्मैलिटी। फॉर्मैलिटी की चीज़ होंगी है, फॉर्मैलिटी की जो आप फॉर्मूला लिखना हो, द नंबर ऑफ फॉर्मूला मास ऑफ सल्यूट डिजोल्वड पर लीटर वॉल्यूम ऑफ सल्यूशन। फार्मूला मास सल्यूट का किन्ना हैगा ते किन्ने वॉल्यूम दे विच ओह डिजोल्व होया वा FN अपॉन WN, ठीक है जी।
FN ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? ਮਾਸ ਆਫ ਸੋਲਿਊਟ ਅਪੋਨ ਫਾਰਮੂਲਾ ਮਾਸ ਆਫ ਸੋਲਿਊਟ, W/F/m। ਓਕੇ ਜੀ, ਤਾਂ ਇਹ ਸੀਗੀਆਂ ਆਪਣੇ ਕੋਲੇ ਟੈਂਪਰੇਚਰ ਡਿਪੈਂਡੈਂਟ ਕੰਸਨਟ੍ਰੇਸ਼ਨ ਟਰਮਸ। ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜੀ ਇੰਪੋਰਟੈਂਟ ਹੈ ਤੁਹਾਡੀ, ਦੈਟ ਇਜ਼ ਮੋਲੈਰਿਟੀ। ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈਗਾ, ਇਟ ਇਜ਼ ਮੋਸਟ ਇੰਪੋਰਟੈਂਟ। ਠੀਕ ਹੈ, ਇਹਦੇ ਬੇਸਿਸ 'ਤੇ ਤੁਹਾਨੂੰ ਨਮੈਰੀਕਲਸ ਵੀ ਆਉਣਗੇ। ਓਕੇ ਜੀ, ਤਾਂ ਅੱਜ ਲਈ ਇੰਨਾ ਟੌਪਿਕ ਹੈ, ਇਹਨੂੰ ਚੰਗੀ ਤਰ੍ਹਾਂ ਲਰਨ ਕਰ ਲਓ, ਸਮਝ ਲਓ। ਜੇ ਕੋਈ ਚੀਜ਼ ਨਹੀਂ ਪਤਾ ਲੱਗਦੀ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਥੈਂਕ ਯੂ।